Kanchan Outlook। ਅਸੀਂ ਸਾਰੇ ਹੀ ਕੋਈ ਨਾ ਕੋਈ ਕਿਰਤ ਕਮਾਈ ਕਰਦੇ ਹਾਂ, ਕੋਈ ਕਾਰੋਬਾਰ ਕਰਦੇ ਹਾਂ। ਕਿਸੇ ਦਾ ਕੋਈ ਆਪਣਾ ਕਾਰੋਬਾਰ ਹੈ ਤੇ ਕੋਈ ਕਿਸੇ ਦੇ ਕੋਲ ਨੌਕਰੀ ਕਰਦਾ ਹੈ। ਕੰਮ ਜਿਹੋ ਜਿਹਾ ਵੀ ਹੋਵੇ, ਜਿਹੜਾ ਵੀ ਹੋਵੇ, ਜੀਵਨ ਦੇ ਵਿੱਚ ਕਦੇ ਨਾ ਕਦੇ ਸਾਨੂੰ ਉਸ ਕੰਮ ਦੇ ਦੌਰਾਨ ਪਛਤਾਵੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪੈ ਜਾਂਦਾ ਹੈ। ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 418ਵੇਂ ਅੰਗ 'ਤੇ ਸਾਨੂੰ ਇੱਕ ਅਜਿਹੇ ਕਾਰੋਬਾਰ ਦੇ ਬਾਰੇ 'ਚ ਦੱਸਦੇ ਨੇ ਜਿਹਦੇ 'ਚ ਪਛਤਾਵਾ ਨਹੀਂ ਹੁੰਦਾ। ਇੱਕ ਸਵਾਲ ਇਹ ਵੀ ਬਣਦਾ ਹੈ ਕਿ ਸਾਨੂੰ ਪਛਤਾਵਾ ਹੁੰਦਾ ਕਿਉਂ ਹੈ। ਇਸ ਸਵਾਲ ਦਾ ਉੱਤਰ ਵੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੱਭਾਂਗੇ। ਤੇ ਇੱਕ ਸਵਾਲ ਗੁਰੂ ਸਾਹਿਬ ਉਹਨਾਂ ਲੋਕਾਂ ਨੂੰ ਵੀ ਕਰਦੇ ਨੇ ਜੋ ਧਨ ਪਦਾਰਥ ਇਕੱਠਾ ਕਰਨ ਦੀ ਹੋੜ ਦੇ ਵਿੱਚ ਲੱਗੇ ਹੋਏ ਨੇ, ਤੇ ਬਾਕੀ ਜੋਗੀ ਜਤੀ ਪੰਡਿਤ ਲੋਕ ਜੋ ਹਨ ਉਹ ਕਿੰਜ ਦਾ ਧਰਮ ਕਮਾਉਂਦੇ ਨੇ ਤੇ ਉਸ ਕਮਾਏ ਹੋਏ ਧਰਮ ਦੇ ਵਿੱਚੋਂ ਜਾਂ ਉਸ ਕਮਾਏ ਹੋਏ ਧਰਮ ਦੇ ਸਹਾਰੇ ਕੀ ਉਹ ਭਰਮ ਦੇ ਵਿੱਚੋਂ ਨਿਕਲ ਪਾਉਂਦੇ ਨੇ ਜਾਂ ਨਹੀਂ। ਇਹ ਵੀ ਗੁਰੂ ਨਾਨਕ ਸਾਹਿਬ ਸਾਨੂੰ ਅੱਜ ਦੇ ਅੰਗ ਦੀ ਗੁਰਬਾਣੀ ਦੇ ਵਿੱਚ ਦੱਸਦੇ ਹਨ। ਵੀਡੀਓ ਚੰਗੀ ਲੱਗੇ, ਕੁਝ ਸਿੱਖਣ ਨੂੰ ਮਿਲੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਪਹੁੰਚਦੀ ਕਰ ਦਿਓ। ਆਓ ਹੁਣ ਸ਼ੁਰੂਆਤ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਕਾਫੀ ਮਹਿਲਾ ਪਹਿਲਾ, ਘਰ ਅੱਠਵਾਂ, ਅਸ਼ਟਪਦੀਆਂ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵੈ ਆਦਮੀ ਬੰਧੈ ਘਰ ਬਾਰਾ। ਗੋਇਲ ਪਰਾਏ ਇਲਾਕੇ ਦੀ ਚਰਾਂਦ ਨੂੰ ਕਿਹਾ ਗਿਆ ਹੈ। ਜਿਵੇਂ ਕਿਸੇ ਕੋਲ ਪਸ਼ੂ ਰੱਖੇ ਹੋਣ, ਆਪਣਾ ਖੇਤ ਵੀ ਹੋਵੇ, ਆਪਣਾ ਇਲਾਕਾ ਵੀ ਹੋਵੇ ਜਿੱਥੇ ਉਹ ਪਸ਼ੂ ਚਾਰਾ ਚਰਦੇ ਹੋਵਣ, ਪਰ ਰੁੱਤ ਦੇ ਅਨੁਸਾਰ ਉਸ ਇਲਾਕੇ ਦੇ ਵਿੱਚ ਚਾਰਾ ਨਾ ਹੋਵੇ ਤੇ ਉਹ ਪਰਾਏ ਇਲਾਕੇ ਦੇ ਵਿੱਚ ਕੁਝ ਸਮੇਂ ਦੇ ਲਈ ਚਲੇ ਜਾਂਦੇ ਨੇ ਤਾਂ ਕਿ ਪਸ਼ੂ ਉੱਥੇ ਜਾ ਕੇ ਚਰ ਸਕਣ। ਉਸ ਪਰਾਏ ਇਲਾਕੇ ਦੀ ਚਰਾਂਦ ਨੂੰ ਗੋਇਲ ਕਿਹਾ ਗਿਆ। ਗੁਰੂ ਸਾਹਿਬ ਕਹਿੰਦੇ ਜੈਸੇ ਗੋਇਲ ਗੋਇਲੀ ਤੈਸੇ ਸੰਸਾਰ, ਕਿ ਜਿਵੇਂ ਉਹ ਗਵਾਲਾ ਆਪਣੇ ਪਸ਼ੂਆਂ ਨੂੰ ਲੈ ਕੇ ਥੋੜ੍ਹੇ ਸਮੇਂ ਦੇ ਲਈ ਪਰਾਈ ਚਰਾਂਦ ਦੇ ਵਿੱਚ ਜਾਂਦਾ ਹੈ, ਸਦਾ ਦੇ ਲਈ ਨਹੀਂ ਜਾਂਦਾ, ਥੋੜ੍ਹੇ ਸਮੇਂ ਲਈ ਜਾਂਦਾ ਹੈ। ਇਹ ਸੰਸਾਰ ਵੀ ਉਸੇ ਪ੍ਰਕਾਰ ਹੀ ਹੈ। ਅਸੀਂ ਜੀਵ ਇਸ ਸੰਸਾਰ ਦੇ ਵਿੱਚ ਸਦਾ ਦੇ ਲਈ ਨਹੀਂ ਰਹਿੰਦੇ, ਥੋੜ੍ਹੇ ਸਮੇਂ ਦੇ ਲਈ ਆਉਂਦੇ ਹਾਂ ਤੇ ਫਿਰ ਚਲੇ ਜਾਂਦੇ ਹਾਂ। ਪਰ ਇਹ ਜੋ ਥੋੜ੍ਹਾ ਸਮਾਂ ਸਾਡੇ ਕੋਲ ਇਸ ਸੰਸਾਰ ਦੇ ਵਿੱਚ ਵਿਚਰਨ ਦੇ ਲਈ ਹੁੰਦਾ ਹੈ, ਇਸ ਸਮੇਂ ਦੇ ਦੌਰਾਨ ਅਸੀਂ ਕੀ ਕਰਦੇ ਹਾਂ? ਕੂੜ ਕਮਾਉਂਦੇ ਹਾਂ, ਝੂਠ ਕਮਾਉਂਦੇ ਹਾਂ। ਭਾਵ ਜੋ ਅਸੀਂ ਕਮਾਈ ਕਰਦੇ ਹਾਂ ਉਹ ਝੂਠੀ ਹੈ। ਝੂਠੀ ਤੋਂ ਭਾਵ ਇਹ ਨਹੀਂ ਕਿ ਅਸੀਂ ਕੋਈ ਠੱਗੀ ਮਾਰ ਕੇ ਕਮਾਈ ਕੀਤੀ ਹੈ। ਝੂਠੀ ਤੋਂ ਭਾਵ ਇਹ ਹੈ ਕਿ ਉਹ ਕਮਾਈ ਸੱਚ ਨਹੀਂ, ਉਹ ਸਦਾ ਸਾਡੇ ਨਾਲ ਨਿਭਣ ਵਾਲੀ ਨਹੀਂ। ਕਿਉਂਕਿ ਸੱਚ ਤੇ ਉਹ ਹੈ ਜੋ ਅਟੱਲ ਹੈ। ਕੁਝ ਵੀ ਵਾਪਰ ਜਾਏ, ਕੁਝ ਵੀ ਹੋ ਜਾਏ, ਉਹ ਸੱਚ ਸੱਚ ਹੀ ਰਹਿੰਦਾ ਹੈ, ਉਹ ਕਦੇ ਖਤਮ ਨਹੀਂ ਹੁੰਦਾ। ਮੌਤ ਅਜਿਹਾ ਇੱਕ ਸੱਚ ਹੈ ਜੋ ਕਦੇ ਵੀ ਖਤਮ ਨਹੀਂ ਹੁੰਦਾ। ਸਭ ਕੁਝ ਖਤਮ ਵੀ ਹੋ ਜਾਏ ਤਾਂ ਵੀ ਮੌਤ ਸੱਚ ਹੀ ਰਹੇਗਾ। ਪਰ ਇਹ ਜੋ ਕਿਰਤ ਕਮਾਈ ਅਸੀਂ ਕਰਦੇ ਹਾਂ, ਬੇਸ਼ੱਕ ਸਾਡੀ ਮਿਹਨਤ ਦੀ ਕਮਾਈ ਹੈ, ਪਰ ਜੇ ਸਾਡਾ ਉਹਦੇ ਨਾਲ ਮੋਹ ਬਣਿਆ ਹੋਇਆ, ਅਸੀਂ ਇਹ ਗੱਲ ਜ਼ਰੂਰ ਚੇਤੇ ਦੇ ਵਿੱਚ ਰੱਖੀਏ ਕਿ ਇਹ ਕਮਾਈ ਸਦਾ ਸਾਡੇ ਨਾਲ ਨਿਭਣ ਵਾਲੀ ਨਹੀਂ ਹੈ। ਤੇ ਇਸ ਝੂਠੀ ਕਮਾਈ ਦੇ ਨਾਲ ਅਸੀਂ ਆਪਣੇ ਘਰ-ਬਾਰ ਬੰਨ੍ਹਦੇ ਹਾਂ, ਪੱਕੇ ਕਰਦੇ ਹਾਂ, ਇੰਨੇ ਆਲੀਸ਼ਾਨ ਬਣਾਉਣ ਦੀਆਂ ਵੀ ਕੋਸ਼ਿਸ਼ਾਂ ਕਰਦੇ ਹਾਂ ਕਿ ਜਿਵੇਂ ਇੱਥੇ ਸਦਾ ਹੀ ਰਹਿਣਾ ਹੋਵੇ। ਅਗਲੀ ਪੰਕਤੀ ਦੇ ਵਿੱਚ ਹੀ ਗੁਰੂ ਜੀ ਕਹਿੰਦੇ ਜਗ ਹੋ ਸੂਤ ਹੋ ਚੱਲਿਆ ਵਣਜਾਰਾ। ਰਹਾਓ। ਮਾਇਆ ਦੇ ਮੋਹ ਦੇ ਵਿੱਚ ਸੁੱਤੇ ਹੋਏ ਮਨੁੱਖੋ ਜਾਗੋ, ਸੁਚੇਤ ਹੋਵੋ। ਗੁਰੂ ਸਾਹਿਬ ਕਹਿੰਦੇ ਦੇਖੋ ਤੁਹਾਡੇ ਸਾਹਮਣੇ ਤੁਹਾਡਾ ਸਾਥੀ ਇਸ ਸੰਸਾਰ ਨੂੰ ਛੱਡ ਕੇ ਜਾ ਰਿਹਾ ਹੈ, ਤੁਹਾਡੀ ਵੀ ਵਾਰੀ ਆਵੇਗੀ। ਇਸ ਕਰਕੇ ਪ੍ਰਮਾਤਮਾ ਨੂੰ ਚੇਤੇ ਦੇ ਵਿੱਚ ਰੱਖੋ। ਨੀਤ ਨੀਤ ਘਰ ਬਾਂਧੀ ਹੈ ਜੇ ਰਹਿਣਾ ਹੋਈ। ਕਹਿੰਦੇ ਪੱਕੇ ਘਰ ਅਸੀਂ ਤਾਂ ਬਣਾਉਂਦੇ ਸੋਹਣੇ ਲੱਗਦੇ ਹਾਂ ਜੇ ਸਦਾ ਦੇ ਲਈ ਇੱਥੇ ਰਹਿਣਾ ਹੋਵੇ। ਘਰ ਅਸੀਂ ਇੰਜ ਦਾ ਬਣਾਉਂਦੇ ਹਾਂ ਕਿ ਜਿਹੜਾ ਕਦੇ ਢਵੇ ਨਾ, ਜਦਕਿ ਸਾਡੇ ਸਰੀਰ ਨੇ ਜ਼ਰੂਰ ਢਹਿ ਜਾਣਾ ਹੁੰਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਨੂੰ ਰਹਿਣ ਦੇ ਲਈ ਛੱਤ ਚਾਹੀਦੀ ਹੈ,
ਐਵੋਲਿਊਸ਼ਨ ਦਾ ਇੱਕ ਸੰਕਲਪ, ਇੱਕ ਕਨਸੈਪਟ ਵਿਗਿਆਨ ਦੇ ਵਿੱਚ ਹੈ, ਜਿਹਦੇ ਤਹਿਤ ਕਿ ਜਿਹੜੇ ਵੀ ਜੀਵ ਜਿਸ ਪ੍ਰਕਾਰ ਦੇ ਵੀ ਬਣੇ ਨੇ ਉਹ ਕੁਦਰਤੀ ਕਾਰਨਾਂ ਕਰਕੇ ਬਣੇ ਨੇ, ਤੇ ਕੁਦਰਤੀ ਕਾਰਨਾਂ ਕਰਕੇ ਮਨੁੱਖ ਇੰਜ ਦਾ ਬਣ ਗਿਆ ਹੈ ਕਿ ਉਹ ਦੂਜੇ ਪਸ਼ੂਆਂ ਦੇ ਵਾਂਗ ਖੁੱਲ੍ਹੇ ਅਸਮਾਨ ਦੇ ਹੇਠ ਨਹੀਂ ਰਹਿ ਸਕਦਾ। ਜਿਵੇਂ ਦੂਜੇ ਪਸ਼ੂ, ਦੂਜੇ ਜੀਵ ਠੰਡ ਵੀ ਪੈਂਦੀ ਹੋਵੇ, ਗਰਮੀ ਵੀ ਪੈਂਦੀ ਹੋਵੇ, ਉਹਨਾਂ ਨੂੰ ਛੱਤ ਦੀ ਲੋੜ ਨਹੀਂ, ਉਹਨਾਂ ਦੇ ਸਰੀਰ ਉਸ ਪ੍ਰਕਾਰ ਦੇ ਹਨ, ਪਰ ਮਨੁੱਖ ਦਾ ਸਰੀਰ ਉਸ ਪ੍ਰਕਾਰ ਦਾ ਨਹੀਂ, ਸਾਨੂੰ ਛੱਤ ਦੀ ਲੋੜ ਹੈ। ਪਰ ਉਸ ਛੱਤ ਨੂੰ ਇੰਨਾ ਅਸੀਂ ਆਲੀਸ਼ਾਨ ਬਣਾਉਣ ਦੇ ਉੱਤੇ ਜੋ ਜ਼ੋਰ ਦਿੰਦੇ ਹਾਂ, ਉਸ ਗੱਲ ਦੀ ਗੱਲ ਗੁਰੂ ਸਾਹਿਬ ਕਰਦੇ ਪਏ ਨੇ ਕਿ ਸਾਡਾ ਸਰੀਰ ਓਨਾ ਆਲੀਸ਼ਾਨ ਨਹੀਂ, ਸਾਡਾ ਸਰੀਰ ਓਨਾ ਪੱਕਾ ਨਹੀਂ ਜਿੰਨੇ ਪੱਕੇ ਅਸੀਂ ਘਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਿੰਡ ਪਵੈ ਜੀਓ ਚਲਸੀ ਜੇ ਜਾਣੈ ਕੋਈ, ਕਹਿੰਦੇ ਸਰੀਰ ਢਹਿ ਜਾਂਦਾ ਹੈ, ਜਿੰਦ ਨਿਕਲ ਕੇ ਚਲੀ ਜਾਂਦੀ ਹੈ, ਪਰ ਗੱਲ ਤੇ ਤਾਂ ਜੇ ਜਾਣੈ ਕੋਈ, ਜੇ ਕੋਈ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰੇ, ਬੁੱਝਣ ਦੀ ਕੋਸ਼ਿਸ਼ ਕਰੇ। ਉਹੀ ਕਿਆ ਕਰ ਹੋ ਹੈ ਹੋਸੀ ਸੋਈ, ਤੁਮ ਰੋਵੋਗੇ ਉਸ ਨੂੰ ਤੁਮ ਕੋ ਕੌਣ ਰੋਈ। ਗੁਰੂ ਜੀ ਕਹਿੰਦੇ ਕਿਸੇ ਸੰਬੰਧੀ ਦੇ ਮਰਨ ਤੇ ਤੁਸੀਂ ਕਿਉਂ ਵਿਅਰਥ ਦੀ ਹਾਏ ਹਾਏ ਕਰਦੇ ਹੋ, ਇਹ ਇੰਜ ਹੀ ਹੋਣਾ ਸੀ। ਸਦਾ ਥਿਰ ਤਾਂ ਸਿਰਫ ਪਰਮਾਤਮਾ ਹੈ, ਜੋ ਪਹਿਲਾਂ ਵੀ ਮੌਜੂਦ ਸੀ, ਹੁਣ ਵੀ ਹੈ, ਸਦਾ ਮੌਜੂਦ ਰਹੇਗਾ। ਅਸੀਂ ਤੇ ਨਾਸਵੰਤ ਹਾਂ। ਜੇ ਤੁਸੀਂ ਆਪਣੇ ਮਰਨ ਵਾਲੇ ਨੂੰ ਰੋਂਦੇ ਹੋ, ਤੁਹਾਨੂੰ ਵੀ ਕੋਈ ਰੋਏਗਾ। ਇੱਕ ਸਮਝਣ ਵਾਲੀ ਗੱਲ ਇਹ ਵੀ ਹੈ, ਗੁਰੂ ਸਾਹਿਬ ਕਹਿੰਦੇ ਤੁਮ ਕੋ ਕੌਣ ਰੋਈ। ਆਪਾਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਸੀ ਕਿ ਜਦ ਕੋਈ ਚਲਾ ਜਾਂਦਾ ਹੈ, ਕੁਝ ਹੱਦ ਤੱਕ ਦੁੱਖ ਸਾਨੂੰ ਹੁੰਦਾ ਹੈ ਉਹਦੇ ਜਾਣ ਦਾ, ਪਰ ਬਹੁਤੇ ਕਰਕੇ ਉਹ ਜੋ ਕੰਮ ਅਧੂਰੇ ਛੱਡ ਜਾਂਦਾ ਹੈ, ਉਹਨਾਂ ਦਾ ਦੁੱਖ ਹੁੰਦਾ ਮਨੁੱਖ ਨੂੰ ਕਿ ਹੁਣ ਉਹਨਾਂ ਕੰਮਾਂ ਨੂੰ ਕੌਣ ਪੂਰੇ ਕਰੇਗਾ। ਜੇ ਕੋਈ ਆਪਣੇ ਪਰਿਵਾਰ ਦੇ ਲਈ ਕਮਾਈ ਕਰਦਾ ਸੀ ਤਾਂ ਫਿਕਰ ਪੈ ਜਾਂਦੀ ਹੈ ਕਿ ਹੁਣ ਇਹ ਕਮਾਈ ਕੌਣ ਕਰੇਗਾ। ਇਸ ਗੱਲ ਨੂੰ ਮਨੁੱਖ ਰੋਂਦਾ ਹੈ। ਸੋ ਜਦ ਗੁਰੂ ਸਾਹਿਬ ਕਹਿੰਦੇ ਨੇ ਕਿ ਤੁਮ ਕੋ ਕੌਣ ਰੋਈ, ਭਾਵ ਕਿ ਜਦੋਂ ਤੁਸੀਂ ਚਲੇ ਗਏ ਤਾਂ ਤੁਹਾਨੂੰ ਨਹੀਂ ਰੋਣਾ ਕਿਸੇ ਨੇ, ਜੋ ਤੁਸੀਂ ਪਿੱਛੇ ਛੱਡ ਕੇ ਜਾਓਗੇ ਅਧੂਰੇ ਕੰਮ, ਉਹਨਾਂ ਨੂੰ ਲੋਕ ਰੋਣਗੇ। ਧੰਦਾ ਪਿੱਟੇ ਹੋ ਭਾਈ ਹੋ ਤੁਮ ਕੂੜ ਕਮਾਵੋ, ਉਹ ਨਾ ਸੁਣਈ ਕਤ ਹੀ ਤੁਮ ਲੋਕ ਸੁਣਾਵੋ। ਕਹਿੰਦੇ ਮਰਨ ਵਾਲੇ ਦੇ ਮਰਨ ਉਪਰੰਤ ਜਦੋਂ ਤੁਸੀਂ ਕਿਸੇ ਨੂੰ ਰੋਂਦੇ ਹੋ, ਵਿਅਰਥ ਦਾ ਪਿੱਟਣਾ ਪਿੱਟਦੇ ਹੋ, ਬੇਅਰਥ ਕੰਮ ਕਰਦੇ ਹੋ, ਕਿਉਂਕਿ ਜਿਹੜਾ ਮਰ ਗਿਆ ਉਹ ਤੁਹਾਨੂੰ ਸੁਣ ਨਹੀਂ ਰਿਹਾ। ਉਹ ਨਾ ਸੁਣਈ ਕਤ ਹੀ ਤੁਮ ਲੋਕ ਸੁਣਾਵੋ, ਤੁਸੀਂ ਲੋਕਾਚਾਰੀ ਨੂੰ ਇਹ ਆਪਣਾ ਰੋਣਾ ਧੋਣਾ ਜੋ ਹੈ ਉਹ ਸੁਣਾ ਰਹੇ ਹੋ। ਪਰ ਜੀਵਾਂ ਦੇ ਵੱਸ ਦੀ ਗੱਲ ਵੀ ਨਹੀਂ। ਜਿਸ ਤੇ ਸੁੱਤਾ ਨਾਨਕਾ ਜਗਾਏ ਸੋਈ। ਜਿਸ ਪ੍ਰਮਾਤਮਾ ਦੀ ਰਜ਼ਾ ਦੇ ਅਧੀਨ ਅਸੀਂ ਸੁੱਤੇ ਹੋਏ ਹਾਂ, ਉਸ ਪ੍ਰਮਾਤਮਾ ਦੀ ਰਜ਼ਾ ਦੇ ਅਧੀਨ ਹੀ ਅਸੀਂ ਜਾਗਾਂਗੇ ਜਦ ਉਹਦੀ ਮਰਜ਼ੀ ਹੋਈ ਕਿ ਅਸੀਂ ਜਾਗੀਏ। ਜੇ ਘਰ ਬੁੱਝੈ ਆਪਣਾ ਤਾਂ ਨੀਂਦ ਨਾ ਹੋਈ। ਜਦ ਪ੍ਰਮਾਤਮਾ ਦੀ ਮਿਹਰ ਦੇ ਨਾਲ ਅਸੀਂ ਆਪਣਾ ਅਸਲ ਘਰ ਬੁੱਝ ਲਈਏ, ਅਸਲ ਟਿਕਾਣਾ ਬੁੱਝ ਲਈਏ, ਤੇ ਫਿਰ ਅਸੀਂ ਮਾਇਆ ਦੀ ਨੀਂਦ ਦੇ ਵਿੱਚ ਨਹੀਂ ਸੌਂਦੇ। ਜੇ ਚੱਲਦਾ ਲੈ ਚੱਲਿਆ ਕਿਛ ਸੰਪੈ ਨਾਲੇ, ਤਾਂ ਧਨ ਸੰਚੋ ਦੇਖ ਕੇ ਬੂਝੋ ਵਿਚਾਰੇ। ਇਹ ਸਵਾਲ ਉਹਨਾਂ ਲੋਕਾਂ ਨੂੰ ਜੋ ਧਨ ਇਕੱਠਾ ਕਰਨ ਦੀ ਹੋੜ ਵਿੱਚ ਲੱਗੇ ਹੋਏ ਨੇ। ਗੁਰੂ ਸਾਹਿਬ ਕਹਿੰਦੇ ਜੇ ਕੋਈ ਜਾਂਦਾ ਹੋਇਆ ਆਪਣੇ ਨਾਲ ਉਹ ਸਭ ਕੁਝ ਲੈ ਗਿਆ ਜੋ ਉਹਨੇ ਇਕੱਠਾ ਕੀਤਾ ਸੀ, ਤਾਂ ਤੁਸੀਂ ਜੀ ਸਦਕੇ ਇਕੱਠਾ ਕਰੋ। ਪਰ ਇਹ ਗੱਲ ਜ਼ਰਾ ਵਿਚਾਰ ਕੇ ਵੇਖੋ ਕਿ ਜਿਹੜੇ ਵੀ ਤੁਹਾਡੇ ਆਸ-ਪਾਸ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਨੇ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੀ ਕਮਾਇਆ ਤੇ ਉਹਦੇ ਚੋਂ ਕੀ ਉਹ ਆਪਣੇ ਨਾਲ ਲੈ ਕੇ ਗਏ। ਜੇ ਤੁਹਾਨੂੰ ਲੱਗਦਾ ਕਿ ਹਾਂ ਉਹਦੇ ਵਿੱਚੋਂ ਕੁਝ ਨਾ ਕੁਝ ਜਾਂ ਬਹੁਤਾ ਕੁਝ ਉਹ ਆਪਣੇ ਨਾਲ ਲੈ ਗਏ, ਤੇ ਜੀ ਸਦਕੇ ਧਨ ਇਕੱਠਾ ਕਰੋ। ਵਣਜ ਕਰੋ ਮਕਸੂਦ ਲੈ ਹੋ, ਮਤ ਪਛਤਾਓ, ਔਗਣ ਛੋਡੋ ਗੁਣ ਕਰੋ, ਐਸੇ ਤਤ ਪਰਾਵੋ। ਇੱਥੇ ਗੱਲ ਆ ਜਾਂਦੀ ਹੈ ਕਾਰੋਬਾਰ ਦੀ ਕਿ ਅਸੀਂ ਜੋ ਵੀ ਕਾਰੋਬਾਰ ਕਰੀਏ ਉਹਦੇ ਵਿੱਚ ਕਦੇ ਨਾ ਕਦੇ ਸਾਨੂੰ ਜ਼ਰੂਰ ਪਛਤਾਵਾ ਹੋ ਜਾਂਦਾ ਕਿਸੇ ਨਾ ਕਿਸੇ ਗੱਲ ਦਾ। ਆਪਣਾ ਕਾਰੋਬਾਰ ਕਰਨ ਵਾਲੇ ਨੂੰ ਕਿਤੇ ਲਾਭ ਘੱਟ ਹੋਇਆ ਤਾਂ ਉਹਨੂੰ ਪਰੇਸ਼ਾਨੀ ਹੋ ਜਾਂਦੀ ਹੈ, ਕਿਤੇ ਕੋਈ ਹਾਨੀ ਹੋ ਜਾਏ ਤਾਂ ਪਛਤਾਵਾ ਹੋ ਜਾਂਦਾ ਹੈ ਕਿ ਇਹ ਮੈਂ ਫੈਸਲਾ ਕਿਉਂ ਲਿਆ ਸੀ ਜਿਸ ਦੇ ਕਰਕੇ ਮੈਨੂੰ ਹਾਨੀ ਹੋ ਗਈ। ਕੋਈ ਨੌਕਰੀ ਪੇਸ਼ਾ ਆਦਮੀ ਹੈ, ਉਹਨੂੰ ਪਛਤਾਵਾ ਹੋ ਜਾਂਦਾ ਹੈ ਕਿ ਮੇਰੀ ਤਨਖਾਹ ਨਹੀਂ ਵਧ ਰਹੀ। ਸੋ ਦੁਨਿਆਵੀ
ਜੋ ਵੀ ਕੰਮਕਾਰ ਹਨ ਉਹਨਾਂ ਦੇ ਵਿੱਚ ਪਛਤਾਵਾ ਜ਼ਰੂਰ ਹੈ। ਤੇ ਇਸੇ ਲਈ ਗੁਰੂ ਸਾਹਿਬ ਸਾਨੂੰ ਕਹਿੰਦੇ ਵਣਜ ਕਰੋ ਮਕਸੂਦ ਲੈਹੋ। ਮਕਸੂਦ ਤੋਂ ਭਾਵ ਲਾਭ। ਗੁਰੂ ਸਾਹਿਬ ਕਹਿੰਦੇ ਨਾਮ ਸਿਮਰਨ ਦਾ ਵਪਾਰ ਕਰੋ ਤੇ ਵਿੱਚੋਂ ਜੀਵਨ ਮਨੋਰਥ ਦਾ, ਆਤਮਿਕ ਜੀਵਨ ਦਾ ਲਾਭ ਖੱਟੋ। ਜੇ ਹੋਰ ਕੋਈ ਕਾਰੋਬਾਰ ਕਰੋਗੇ ਤੇ ਪਛਤਾਵਾ ਜ਼ਰੂਰ ਹੋਏਗਾ। ਇਹ ਇੱਕੋ ਇੱਕ ਕਾਰੋਬਾਰ ਹੈ, ਇੱਕੋ ਇੱਕ ਵਣਜ ਹੈ ਜਿਹਦੇ ਵਿੱਚ ਤੁਹਾਨੂੰ ਕਦੇ ਪਛਤਾਵਾ ਨਹੀਂ ਹੋਏਗਾ। ਇਸ ਕਰਕੇ ਮਾੜੇ ਕੰਮ ਛੱਡੋ, ਚੰਗੇ ਗੁਣ ਗ੍ਰਹਿਣ ਕਰੋ ਤੇ ਇਸ ਤਰ੍ਹਾਂ ਅਸਲ ਖੱਟੀ ਖੱਟੋ। ਔਗਣ ਛੋੜੋ ਗੁਣ ਕਰੋ ਐਸੇ ਤਤ ਪ੍ਰਾਪਹੁ। ਧਰਮ ਭੂਮ ਸਤ ਬੀਜ ਕਰ ਐਸੀ ਕਿਰਸ ਕਮਾਵਹੁ। ਤਾਂ ਵਪਾਰੀ ਜਾਣਿਓ ਲਾਹਾ ਲੈ ਜਾਵੋ। ਧਰਮ ਨੂੰ ਧਰਤੀ ਬਣਾਵੋ, ਉਸ ਵਿੱਚ ਸੁੱਚੇ ਆਚਰਣ ਦਾ ਬੀਜ ਬੀਜੋ। ਇਹੋ ਜਿਹੀ ਆਤਮਿਕ ਜੀਵਨ ਨੂੰ ਪ੍ਰਫੁੱਲਤ ਕਰਨ ਵਾਲੀ ਖੇਤੀਬਾੜੀ ਕਰੋ। ਜੇ ਤੁਸੀਂ ਇੱਥੋਂ ਉੱਚੇ ਆਤਮਿਕ ਜੀਵਨ ਦਾ ਲਾਭ ਖੱਟ ਕੇ ਲੈ ਜਾਵੋਗੇ ਤਾਂ ਸਿਆਣੇ ਵਪਾਰੀ ਸਮਝੇ ਜਾਓਗੇ। ਕਿਉਂਕਿ ਦੂਜੇ ਜੋ ਦੁਨਿਆਵੀ ਕਾਰੋਬਾਰ ਨੇ ਉਹਨਾਂ ਦੇ ਵਿੱਚੋਂ ਜੋ ਕੁਝ ਅਸੀਂ ਇਕੱਠਾ ਕੀਤਾ ਉਹ ਤੇ ਨਾਲ ਨਹੀਂ ਲਿਜਾ ਸਕਦੇ। ਨਾਮ ਸਿਮਰਨ ਦੇ ਵਪਾਰ 'ਚੋਂ ਜੋ ਆਤਮਿਕ ਜੀਵਨ ਅਸੀਂ ਖੱਟਿਆ ਉਹ ਸਾਡੇ ਨਾਲ ਆਖਰੀ ਸਾਹ ਤੱਕ ਰਹਿੰਦਾ ਹੈ। ਕਰਮ ਹੋਵੈ ਸਤਿਗੁਰ ਮਿਲੈ ਬੂਝੈ ਵਿਚਾਰਾ। ਨਾਮ ਬਖਾਣੈ ਸੁਣੇ ਨਾਮ ਨਾਮੇ ਵਿਵਹਾਰਾ। ਜੇ ਸਾਡੇ ਭਾਗ ਜਾਗਣ, ਪਰਮਾਤਮਾ ਦੀ ਸਾਡੇ ਤੇ ਬਖਸ਼ਿਸ਼ ਹੋਵੇ ਤੇ ਸਾਨੂੰ ਗੁਰੂ ਮਿਲਦਾ ਹੈ। ਅਸੀਂ ਇਸ ਵਿਚਾਰ ਨੂੰ ਸਮਝ ਪਾਉਂਦੇ ਹਾਂ ਕਿ ਪਰਮਾਤਮਾ ਦਾ ਨਾਮ ਉਚਾਰਨਾ ਚਾਹੀਦਾ ਹੈ, ਸੁਣਨਾ ਚਾਹੀਦਾ ਹੈ, ਨਾਮ ਦਾ ਹੀ ਵਿਹਾਰ ਕਰਨਾ ਚਾਹੀਦਾ ਹੈ। ਜਿਹਦੇ ਤੇ ਬਖਸ਼ਿਸ਼ ਹੋ ਜਾਏ ਉਹ ਇਹ ਸਭ ਕੁਝ ਕਰਦਾ ਹੈ। ਜਿਉ ਲਾਹਾ ਟੋਟਾ ਤਿਵੈ ਵਾਟ ਚਲਦੀ ਆਈ। ਜੋ ਤਿਸ ਭਾਵੈ ਨਾਨਕਾ ਸਾਈ ਵਡਿਆਈ। ਸੰਸਾਰ ਦੀ ਇਹ ਕਾਰ ਸਦਾ ਤੋਂ ਤੁਰੀ ਆਈ ਹੈ। ਕੋਈ ਨਾਮ ਵਿੱਚ ਜੁੜ ਕੇ ਆਤਮਿਕ ਜੀਵਨ ਦਾ ਲਾਭ ਖੱਟ ਰਿਹਾ ਹੈ, ਕੋਈ ਮਾਇਆ ਦੇ ਮੋਹ ਵਿੱਚ ਫਸ ਕੇ ਆਤਮਿਕ ਜੀਵਨ ਦੇ ਵਿੱਚ ਘਾਟਾ ਕਮਾ ਰਿਹਾ ਹੈ। ਪਰ ਵਸ ਜੀਵਾਂ ਦਾ ਕੁਝ ਨਹੀਂ ਚੱਲਦਾ। ਪਰਮਾਤਮਾ ਨੂੰ ਜੋ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਇਹੀ ਉਸ ਪਰਮਾਤਮਾ ਦੀ ਬਜ਼ੁਰਗੀ ਹੈ, ਵਡਿਆਈ ਹੈ। ਆਸਾ ਮਹਿਲਾ ਪਹਿਲਾ। ਚਾਰੇ ਕੁੰਡਾਂ ਢੂੰਡੀਆਂ ਕੋ ਨੀਮੀ ਮੈਂਡਾ। ਜੇ ਤੁਧ ਭਾਵੈ ਸਾਹਿਬਾ ਤੂੰ ਮੈਂ ਹਉ ਤੈਂਡਾ। ਚਾਰੇ ਕੁੰਡਾਂ ਭਾਵ ਚਾਰੇ ਪਾਸੇ। ਗੁਰੂ ਸਾਹਿਬ ਕਹਿੰਦੇ ਅਸੀਂ ਸੰਸਾਰ ਦਾ ਹਰ ਪਾਸਾ ਢੂੰਡ ਕੇ ਵੇਖ ਲਿਆ, ਲੱਭ ਕੇ ਵੇਖ ਲਿਆ। ਕੋ ਨੀਮੀ ਮੈਂਡਾ, ਮੇਰਾ ਕੋਈ ਵੀ ਨਹੀਂ ਜਿਹਨੂੰ ਮੈਂ ਆਪਣਾ ਸੱਚਾ ਸਾਥੀ ਆਖ ਸਕਾਂ, ਉਹ ਕੋਈ ਵੀ ਨਹੀਂ। हे ਪ੍ਰਮਾਤਮਾ, हे ਮਾਲਕ, ਜੇ ਤੈਨੂੰ ਚੰਗਾ ਲੱਗੇ, ਜੇ ਤੈਨੂੰ ਭਾਵੇ ਤਾਂ ਤੂੰ ਮੇਰਾ ਰਾਖਾ ਬਣ ਤੇ ਮੈਂ ਤੇਰਾ ਸੇਵਕ ਬਣਿਆ ਰਹਾ। ਤੂੰ ਮੈਂ ਹਉ ਤੈਂਡਾ। ਦਰ ਬੀਬਾ ਮੈਂ ਨੀਮ ਕੋ ਕਹਿ ਕਰੀ ਸਲਾਮ। ਹਿੱਕੋ ਮੈਂਡਾ ਤੂੰ ਧਣੀ ਸਾਚਾ ਮੁਖ ਨਾਮ ਰਹਾਉ। ਮੈਨੂੰ ਤੇਰੇ ਦਰ ਤੋਂ ਬਿਨਾ ਹੋਰ ਕੋਈ ਦਰ ਨਹੀਂ ਲੱਭਦਾ। ਬੀਬਾ ਤੋਂ ਭਾਵ ਦੂਜਾ, ਹੋਰ ਕੋਈ ਗੁਰੂ ਸਾਹਿਬ ਕਹਿੰਦੇ ਦੂਜਾ ਦਰ ਨਹੀਂ ਲੱਭਦਾ ਜਿੱਥੇ ਕਿ ਮੈਂ ਸਲਾਮ ਕਰ ਸਕਾਂ। ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਜਿਹਨੂੰ ਮੈਂ ਸਲਾਮ ਕਰ ਸਕਾਂ। ਸਿਰਫ ਇੱਕ ਤੂੰ ਹੀ ਮੇਰਾ ਮਾਲਕ ਹੈ ਤੇ ਮੈਂ ਤੇਰੇ ਤੋਂ ਇਹ ਦਾਨ ਮੰਗਦਾ ਹਾਂ ਕਿ ਤੇਰਾ ਸਦਾ ਥਿਰ ਰਹਿਣ ਵਾਲਾ ਨਾਮ ਮੇਰੇ ਮੂੰਹ ਵਿੱਚ ਟਿਕਿਆ ਰਹੇ। ਸਿੱਧਾਂ ਸੇਵਨ ਸਿੱਧ ਪੀਰ ਮੰਗੈ ਰਿੱਧ ਸਿੱਧ। ਮੈਂ ਇੱਕ ਨਾਮ ਨਾ ਵੀਸਰੈ ਸਾਚੇ ਗੁਰ ਬੁੱਧ। ਕਈ ਲੋਕ ਸਿੱਧ ਤੇ ਪੀਰ ਬਣਨ ਦੀ ਇੱਛਾ ਰੱਖਦੇ ਨੇ। ਸਿੱਧ ਤੇ ਪੀਰ ਬਣਨ ਦੇ ਲਈ ਪੁੱਗੇ ਹੋਏ ਜੋਗੀਆਂ ਦੀ ਸੇਵਾ ਕਰਦੇ ਨੇ, ਸਾਧਨਾ ਕਰਦੇ ਨੇ, ਉਹਨਾਂ ਪਾਸੋਂ ਰਿੱਧੀਆਂ ਸਿੱਧੀਆਂ ਦੀ ਤਾਕਤ ਮੰਗਦੇ ਨੇ। ਪਰ ਗੁਰੂ ਸਾਹਿਬ ਕਹਿੰਦੇ ਹੇ ਪ੍ਰਮਾਤਮਾ, ਮੇਰੀ ਤੇਰੇ ਅੱਗੇ ਇੱਕ ਹੀ ਅਰਦਾਸ ਹੈ ਕਿ ਅਭੁੱਲ ਗੁਰੂ ਦੀ ਬਖਸ਼ੀ ਬੁੱਧੀ ਅਨੁਸਾਰ ਮੈਨੂੰ ਤੇਰਾ ਨਾਮ ਕਦੇ ਨਾ ਭੁੱਲੇ। ਜੋਗੀ ਭੋਗੀ ਕਾਪੜੀ ਕਿਆ ਭਵੈ ਦਸੰਤਰ। ਗੁਰ ਕਾ ਸ਼ਬਦ ਨਾ ਚੀਨਹੀ ਤਤ ਸਾਰ ਨਿਰੰਤਰ। ਜੋਗੀ ਤੇ ਲੀਰਾਂ ਪਹਿਨਣ ਵਾਲੇ ਫਕੀਰ ਵਿਅਰਥ ਹੀ ਦਸੰਤਰ ਜਾਣੀ ਦੇਸ਼ ਦੇਸ਼ ਦਾ ਰਟਨ ਕਰਦੇ ਫਿਰਦੇ ਨੇ। ਉਹ ਸਤਿਗੁਰੂ ਦੇ ਸ਼ਬਦ ਨੂੰ ਨਹੀਂ ਖੋਜਦੇ, ਉਹ ਇੱਕ ਰਸ ਸ੍ਰੇਸ਼ਟ ਅਸਲੀਅਤ ਨੂੰ ਨਹੀਂ ਖੋਜਦੇ। ਪੰਡਿਤ ਪਾਂਦੇ ਜੋਈ ਸੀ ਨਿਤ ਪੜ੍ਹੈ ਪੁਰਾਣਾ। ਅੰਤਰ ਵਸਤ ਨਾ ਜਾਣਨੀ ਘਟ ਬ੍ਰਹਮ ਲੁਕਾਣਾ। ਪੰਡਿਤ
ਪਾਂਧੇ ਤੇ ਜੋਤਸ਼ੀ ਨਿਤ ਪੁਰਾਣ ਆਦਿਕ ਪੁਸਤਕਾਂ ਪੜ੍ਹਦੇ ਰਹਿੰਦੇ ਨੇ, ਪਰ ਪ੍ਰਮਾਤਮਾ ਤੇ ਸਾਡੇ ਹਿਰਦਿਆਂ ਦੇ ਵਿੱਚ ਲੁਕਿਆ ਹੋਇਆ ਹੈ। ਪੁਸਤਕਾਂ ਪੜ੍ਹਨ ਵਾਲੇ ਇਹ ਪੰਡਿਤ ਪਾਂਧੇ ਤੇ ਜੋਤਸ਼ੀ ਲੋਕ ਅੰਦਰ ਵਸਦੀ ਹੋਈ ਨਾਮ ਵਸਤੂ ਨੂੰ ਨਹੀਂ ਪਛਾਣਦੇ। ਇੱਕ ਤਪਸੀ ਬਨ ਮਹਿ ਤਪ ਕਰੈ, ਨਿਤ ਤੀਰਥ ਵਾਸਾ, ਆਪ ਨਾ ਚੀਨੈ ਤਾਮਸੀ, ਕਾਹੇ ਭਏ ਉਦਾਸਾ। ਕਈ ਬੰਦੇ ਤਪੀ ਬਣੇ ਹੋਏ ਹਨ, ਉਹ ਜੰਗਲਾਂ ਦੇ ਵਿੱਚ ਜਾ ਕੇ ਤਪ ਕਰਦੇ ਨੇ, ਤੀਰਥਾਂ ਦੇ ਉੱਪਰ ਨਿਵਾਸ ਰੱਖਦੇ ਨੇ। ਇੰਨਾ ਸਭ ਕੁਝ ਕਰਨ ਦੇ ਬਾਵਜੂਦ ਵੀ ਕ੍ਰੋਧ ਨਾਲ ਭਰੇ ਰਹਿੰਦੇ ਨੇ। ਆਪਣੇ ਆਤਮਿਕ ਜੀਵਨ ਨੂੰ ਉਹ ਵੀ ਨਹੀਂ ਖੋਜਦੇ। ਤਿਆਗੀ ਬਣਨ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੋ ਪਾਉਂਦਾ। ਇੱਕ ਬਿੰਦ ਯਤਨ ਕਰ ਰਾਖਦੇ, ਸੇ ਜਤੀ ਕਹਾਵੈ, ਬਿਨ ਗੁਰ ਸ਼ਬਦ ਨਾ ਛੁਟਹੀ, ਭ੍ਰਮ ਆਵੈ ਜਾਵੈ। ਅਨੇਕਾਂ ਬੰਦੇ ਐਸੇ ਨੇ ਜੋ ਯਤਨ ਕਰਕੇ ਵੀਰਜ ਨੂੰ ਰੋਕ ਕੇ ਰੱਖਦੇ ਨੇ, ਸੰਭੋਗ ਪ੍ਰਕਿਰਿਆ ਦੇ ਵਿੱਚ ਆਪਣੇ ਆਪ ਨੂੰ ਹਿੱਸਾ ਲੈਣ ਤੋਂ ਰੋਕਦੇ ਨੇ ਤੇ ਇੰਜ ਆਪਣੇ ਆਪ ਨੂੰ ਜਤੀ ਸਤਾਉਂਦੇ ਨੇ। ਪਰ ਗੁਰੂ ਦੇ ਸ਼ਬਦ ਤੋਂ ਬਿਨਾਂ ਉਹ ਵੀ ਕ੍ਰੋਧ ਆਦਿਕ ਤਾਮਸੀ ਸੁਭਾਅ ਤੋਂ ਖਲਾਸੀ ਨਹੀਂ ਪ੍ਰਾਪਤ ਕਰ ਪਾਉਂਦੇ। ਜਤੀ ਹੋਣ ਦੀ ਹੀ ਭਟਕਣਾ 'ਚ ਪੈ ਕੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਨੇ। ਇਹ ਤੇ ਹੋ ਗਏ ਉਹ ਲੋਕ ਜੋ ਆਪਣੇ ਆਪ ਨੂੰ ਪੁੱਜੇ ਹੋਏ ਕਹਾਉਂਦੇ ਨੇ। ਇੱਕ ਖਾਸ ਪਦਵੀ ਉਹਨਾਂ ਨੇ ਆਪਣੇ ਆਪ ਨੂੰ ਦਿੱਤੀ ਹੋਈ ਹੈ, ਪਰ ਫਿਰ ਵੀ ਵਿਕਾਰਾਂ ਦੇ ਵਿੱਚ ਗ੍ਰਸਤ ਨੇ। ਦੂਜੇ ਪਾਸੇ ਹੁਣ ਦੇਖੋ, ਇੱਕ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੀ, ਨਾਮ ਦਾਨ ਇਸ਼ਨਾਨ ਦ੍ਰਿੜ, ਹਰ ਭਗਤ ਸੂਜਾਗੀ। ਅਨੇਕਾਂ ਹੀ ਅਜਿਹੇ ਲੋਕ ਨੇ ਜੋ ਗ੍ਰਸਤੀ ਨੇ, ਆਪਣੇ ਘਰ ਪਰਿਵਾਰ ਦੇ ਵਿੱਚ ਰਹਿੰਦੇ ਨੇ, ਕਿਰਤ ਕਮਾਈ ਕਰਦੇ ਨੇ, ਪਰ ਨਾਲ ਨਾਲ ਉਹ ਸੇਵਾ ਕਰਦੇ ਨੇ, ਸੇਵਾ ਦੇ ਸਾਧਨ ਕਰਦੇ ਨੇ। ਉਹਨਾਂ ਦੇ ਦਿਲਾਂ ਵਿੱਚ ਦਇਆ ਹੈ। ਕਿਰਤ ਕਮਾਈ ਕਰਦੇ ਨੇ, ਪਰ ਕੀਤੀ ਹੋਈ ਕਮਾਈ ਦੇ ਵਿੱਚੋਂ ਜੇ ਲੋੜ ਪਵੇ ਤੇ ਦੂਜਿਆਂ ਦੀ ਮਦਦ ਵੀ ਕਰ ਦਿੰਦੇ ਨੇ। ਉਹਨਾਂ ਦੇ ਅੰਦਰ ਧਨ ਇਕੱਠਾ ਕਰਨ ਦੀ ਹੋੜ ਨਹੀਂ ਲੱਗੀ ਹੁੰਦੀ। ਉਹ ਲੋਕ ਗੁਰੂ ਦੀ ਦਿੱਤੀ ਹੋਈ ਮੱਤ ਤੇ ਤੁਰਦੇ ਨੇ। ਅਜਿਹੇ ਲੋਕ ਵੀ ਨੇ, ਉਹਨਾਂ ਨੇ ਆਪਣੇ ਆਪ ਨੂੰ ਕੋਈ ਖਾਸ ਪਦਵੀ ਵੀ ਨਹੀਂ ਦਿੱਤੀ ਹੋਈ। ਉਹ ਨਾਮ ਜਪਦੇ ਹਨ, ਹੋਰਨਾਂ ਨੂੰ ਨਾਮ ਜਪਣ ਦੇ ਲਈ ਪ੍ਰੇਰਦੇ ਹਨ, ਆਪਣਾ ਆਚਰਨ ਪਵਿੱਤਰ ਰੱਖਦੇ ਹਨ। ਉਹ ਪ੍ਰਮਾਤਮਾ ਦੀ ਭਗਤੀ ਵਿੱਚ ਆਪਣੇ ਆਪ ਨੂੰ ਦ੍ਰਿੜ ਕਰਕੇ ਵਿਕਾਰਾਂ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਨੇ। ਉਹਨਾਂ ਨੂੰ ਪਤਾ ਚੱਲ ਜਾਂਦਾ ਕਦੋਂ ਕੋਈ ਵਿਕਾਰ ਉਹਨਾਂ ਤੇ ਹਾਵੀ ਹੋਣ ਵਾਲਾ ਹੁੰਦਾ। ਗੁਰ ਤੇ ਦਰ ਘਰ ਜਾਣੀਐ, ਸੋ ਜਾਏ ਸਿਆਣੇ, ਨਾਨਕ ਨਾਮ ਨਾ ਵਿਸਰੈ, ਸਾਚੇ ਮਨ ਮਾਨੈ। ਹੇ ਨਾਨਕ, ਪ੍ਰਮਾਤਮਾ ਦਾ ਦਰ, ਪ੍ਰਮਾਤਮਾ ਦਾ ਘਰ ਗੁਰੂ ਪਾਸੋਂ, ਗੁਰੂ ਦੀ ਸ਼ਰਨ ਪਿਆ ਪਛਾਣਿਆ ਜਾ ਸਕਦਾ ਹੈ। ਉਹੀ ਮਨੁੱਖ ਪਛਾਣਦਾ ਹੈ ਜੋ ਗੁਰੂ ਦੇ ਪਾਸ ਜਾਂਦਾ ਹੈ। ਉਸ ਨੂੰ ਫਿਰ ਪ੍ਰਮਾਤਮਾ ਦਾ ਨਾਮ ਨਹੀਂ ਵਿਸਰਦਾ। ਉਸ ਦਾ ਮਨ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਗਿੱਝ ਜਾਂਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 418ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇੱਕ ਗੱਲ ਤੇ ਅਸੀਂ ਪੱਲੇ ਦੇ ਨਾਲ ਬੰਨ੍ਹ ਲਈਏ ਕਿ ਜਦ ਅਸੀਂ ਇੱਥੋਂ ਜਾਣਾ ਹੈ, ਖਾਲੀ ਹੱਥ ਹੀ ਜਾਣਾ ਹੈ। ਸੋ ਚਤੁਰਾਈਆਂ ਕਰ ਕਰਕੇ, ਝੂਠ ਫਰੇਬ ਕਰ ਕਰਕੇ ਜੇ ਅਸੀਂ ਕੋਈ ਕਿਰਤ ਕਮਾਈ ਕਰਦੇ ਹਾਂ ਤਾਂ ਉਹਦੇ ਤੋਂ ਆਪਣੇ ਆਪ ਨੂੰ ਵਰਜੀਏ। ਮਿਹਨਤ ਦੀ ਕਮਾਈ ਦੇ ਵਿੱਚੋਂ ਵੀ ਜੇ ਸਾਡੇ ਅੰਦਰ ਧਨ ਪਦਾਰਥਾਂ ਨੂੰ ਇਕੱਠਾ ਕਰਨ ਦੀ ਹੋੜ ਲੱਗੀ ਹੋਈ ਹੈ ਤਾਂ ਉਸ ਹੋੜ ਤੋਂ ਵੀ ਬਚੀਏ, ਉਹਦੇ ਚੋਂ ਵੀ ਬਾਹਰ ਨਿਕਲੀਏ। ਤੇ ਇਹ ਗੱਲ ਵੀ ਚੇਤੇ ਵਿੱਚ ਰੱਖੀਏ ਕਿ ਜ਼ਰੂਰੀ ਨਹੀਂ ਕਿ ਜੇ ਕਿਸੇ ਨੇ ਆਪਣੇ ਆਪ ਨੂੰ ਕੋਈ ਪੰਡਿਤ, ਪਾਂਧਾ, ਜੋਤਸ਼ੀ, ਤਪੀ, ਜਤੀ ਆਦਿ ਦੀ ਕੋਈ ਪਦਵੀ ਦਿੱਤੀ ਹੋਈ ਹੈ ਤਾਂ ਉਹੀ ਵਿਕਾਰਾਂ ਤੋਂ ਮੁਕਤ ਜਾਂ ਰੱਬ ਦੇ ਨੇੜੇ ਹੈ। ਉਹ ਲੋਕ ਵਿਕਾਰਾਂ ਦੇ ਵਿੱਚ ਗ੍ਰਸਤ ਵੀ ਹੋ ਸਕਦੇ ਨੇ ਤੇ ਦੂਜੇ ਪਾਸੇ ਘਰ ਪਰਿਵਾਰ ਦੇ ਵਿੱਚ ਵਸਦਾ ਹੋਇਆ ਮਨੁੱਖ ਵਿਕਾਰਾਂ ਤੋਂ ਮੁਕਤ ਤੇ ਪ੍ਰਮਾਤਮਾ ਦੇ ਲੜ ਲੱਗਿਆ ਵੀ ਹੋ ਸਕਦਾ ਹੈ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।